ਕਲਮ ਵੱਡੀ ਹੈ ਕਿ ਤਲਵਾਰ ਵੱਡੀ ਹੈ, ਜੀ ਇਹ ਸਮਾਂ ਤੇ ਸਥਿਤੀ ਨਿਸ਼ਚਿਤ ਕਰਦੇ ਨੇ। ਜੀ ਜੀ ਇੱਕ ਸਮਾਂ ਆਏਗਾ ਜਦੋਂ ਸਾਨੂੰ ਕਲਮ ਦੀ ਲੋੜ ਪੈ ਜਾਂਦੀ ਹੈ, ਜੀ। ਇੱਕ ਸਮਾਂ ਆਉਂਦਾ ਜਦੋਂ ਸਾਨੂੰ ਤਲਵਾਰ ਦੀ ਲੋੜ ਪੈਂਦੀ ਹੈ। ਜੀ ਹੁਣ ਇਹ ਦੋਵੇਂ ਆਪਸ ਦੇ ਵਿੱਚ ਅੰਤਰ ਸੰਬੰਧਿਤ ਨੇ। ਜੀ ਜਦੋਂ ਤਲਵਾਰ ਆਪਣਾ ਕੀਦਾ ਭੁੱਲ ਕੇ ਆਪਣੀ ਲਿਮਟ ਤੋਂ ਬਾਹਰ ਹੋ ਕੇ ਮਜ਼ਲੂਮਾਂ ਦਾ ਸਿਰ ਵੱਢਣ ਲੱਗਦੀ ਹੈ, ਜੀ ਫਿਰ ਕਲਮ ਉਹਨੂੰ ਰੋਕਦੀ ਹੈ। ਜੀ ਤੇ ਜਦੋਂ ਕਲਮ ਲੋਕਾਂ ਦੇ ਹੱਥ ਖਾਣ ਲੱਗ ਪੈਂਦੀ ਹੈ, ਜੀ ਮਾੜੇ ਪਾਸੇ ਚੱਲਣ ਲੱਗ ਪੈਂਦੀ ਹੈ, ਫਿਰ ਜੀ। ਤਲਵਾਰ ਉਹਨੂੰ ਰੋਕਦੀ ਹੈ। ਜੀ ਦੋਵੇਂ ਚੀਜ਼ਾਂ ਹੀ ਜ਼ਰੂਰੀ ਨੇ, ਜੀ ਦੋਵਾਂ ਤੋਂ ਬਿਨਾਂ ਇੱਕ ਦੇ ਨਾਲ ਸਾਡੀ ਗਤੀ ਨਹੀਂ। ਪਰ ਸਮਾਂ ਤੇ ਸਥਿਤੀ ਇਹ ਨਿਯਤ ਕਰਦੇ ਨੇ ਕਿ ਕਿਹਦੀ ਜ਼ਿਆਦਾ ਜ਼ਰੂਰਤ ਹੈ। ਜੀ ਹੁਣ ਜ਼ਰੂਰਤ ਕਲਮ ਦੀ ਵੀ ਹੈ, ਜੀ ਤਲਵਾਰ ਦੀ ਵੀ ਹੈ। ਜੀ ਤਲਵਾਰ ਸਿੰਘ ਸਾਹਿਬ ਨੇ ਸਿਰਫ ਰੱਖਣ ਲਈ ਆਖਿਆ, ਨਾ ਕਿ ਅਜੇ ਵਾਹੁਣ ਲਈ ਆਖਿਆ। ਜੀ ਦੇਖੋ, ਕਲਮ ਦੀ ਮਾਰ ਤੇ ਤਲਵਾਰ ਦੀ ਮਾਰ ਵੀ ਇੱਕੋ ਜਿਹੀ ਹੁੰਦੀ ਹੈ, ਬੰਦੇ ਨੂੰ ਮਾਰਨ ਦਾ ਰੱਖਦੀ ਹੈ। ਜੀ ਜਿਵੇਂ ਔਰੰਗਜ਼ੇਬ ਨੂੰ ਮਾਰਨ ਦੇ ਲਈ ਗੁਰੂ ਸਾਹਿਬ ਨੇ ਕਲਮ ਵਰਤੀ। ਜੀ ਜੀ ਹੁਣ ਦੂਜਾ ਪਾਸਾ ਜਦੋਂ ਆਪਾਂ ਵੇਖਦੇ ਹਾਂ, ਜੀ ਜਦੋਂ ਇਹ ਕਲਮ ਕਿਸੇ ਰਾਜਨੀਤਿਕ ਬੰਦੇ ਦੇ ਹੱਥ ਆਉਂਦੀ ਹੈ, ਜੀ ਉਹ ਉਹਨੂੰ ਹਥਿਆਰ ਦੀ ਤਰ੍ਹਾਂ ਵਰਤਦਾ ਹੈ। ਜੀ ਜਦੋਂ ਭਾਰਤ ਆਜ਼ਾਦ ਹੋਇਆ ਤੇ ਆਪਾਂ ਵੇਖਿਆ ਪਟੇਲ ਨੇ ਕਲਮ ਵਰਤੀ, ਸਿੱਖਾਂ ਨੂੰ ਜਰਾਇਮ ਪੇਸ਼ ਆਖ ਦਿੱਤਾ। ਜੀ 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 ਠੀਕ ਹੈ ਜੀ, ਇਹ ਕਲਮ ਦੀ ਦੁਰਵਰਤੋਂ ਸੀ। ਜੀ ਉਸ ਤੋਂ ਬਾਅਦ 1984 ਦੇ ਵਿੱਚ ਜੋ ਮਤਾ ਪਿਆ ਅਨੰਦਪੁਰ ਸਾਹਿਬ ਦਾ, ਜੀ ਉਹਦੇ ਖਿਲਾਫ ਫਿਰ ਸਰਕਾਰ ਨੇ ਜੋ ਕਲਮਾਂ ਵਾਹੀਆਂ ਜੀ ਤੇ ਉਹਨਾਂ ਕਲਮਾਂ ਤੋਂ ਫਿਰ ਹਥਿਆਰ ਆਏ, ਹਥਿਆਰਾਂ ਤੋਂ ਫਿਰ ਬਰਬਾਦੀ ਹੋਈ। ਜੀ ਸੋ ਉਹ ਇੱਕ ਕਲਮ ਇੱਕ ਕਹਿ ਲਈਏ ਆਪਣੀ ਸੀਮਾ ਨੂੰ ਪਾਰ ਕਰ ਚੁੱਕੀ ਸੀ। ਜੀ ਉਹਨੂੰ ਤਾਂ ਹਥਿਆਰ ਚੱਕਣੇ ਪਏ। ਉਹਨੂੰ ਰੋਕਣ ਦੇ ਲਈ ਫਿਰ ਹਥਿਆਰ ਚੁੱਕਣੇ ਜ਼ਰੂਰੀ ਸਨ। ਜੀ ਹੁਣ ਆਪਾਂ ਵੇਖੀਏ, ਜੀ ਤਲਵਾਰ ਵੀ ਕਈ ਵਾਰੀ ਸਿਰਫ ਇਹ ਨਹੀਂ ਕਿ ਤਲਵਾਰ ਜ਼ੁਲਮ ਕਰਨ ਵਾਸਤੇ ਉੱਠਦੀ। ਜੀ ਜੀ ਤਲਵਾਰ ਜੇ ਸਾਡੇ ਕੋਲ ਹੋਏਗੀ ਤਾਂ ਸਾਨੂੰ ਆਪਣੇ ਆਪ 'ਤੇ ਭਰੋਸਾ ਹੁੰਦਾ ਹੈ ਕਿ ਅਸੀਂ ਸੁਰੱਖਿਅਤ ਹਾਂ। ਜੀ ਹੁਣ ਆਪਾਂ ਛੋਟੀ ਜਿਹੀ ਘਟਨਾ ਲਈਏ। 9ਵੇਂ ਪਾਤਸ਼ਾਹ ਜੀ ਦੇ ਵੇਲੇ ਔਰੰਗਜ਼ੇਬ ਨੇ ਤਲਵਾਰ ਕੱਢੀ। ਜੀ ਜੀ ਤਲਵਾਰ ਲੈ ਕੇ ਉਹ ਲੋਕਾਂ ਦੇ ਗਲੇ ਤੱਕ ਜਾਂਦਾ ਹੈ ਕਿ ਉਹਨਾਂ ਨੂੰ ਕਹਿੰਦਾ ਹੈ ਕਿ ਜਾਂ ਤਾਂ ਇਸਲਾਮ ਧਰਮ ਕਬੂਲ ਕਰੋ, ਨਹੀਂ ਤਾਂ ਮੇਰੀ ਤਲਵਾਰ ਤੁਹਾਡਾ ਗਲਾ ਵੱਢ ਦੇਵੇਗੀ। ਜੀ ਦੂਜੇ ਪਾਸੇ 10ਵੇਂ ਪਾਤਸ਼ਾਹ ਜੀ ਨੇ ਉਹਨਾਂ ਹੀ ਸਮਿਆਂ ਦੇ ਵਿੱਚ ਤਲਵਾਰ ਕੱਢੀ ਹੈ। ਜੀ ਤਲਵਾਰ ਕੱਢ ਕੇ ਕਹਿ ਰਹੇ ਨੇ, ਜਿੰਨੇ ਧਰਮੀ ਬਣਨਾ ਹੈ ਮੇਰੀ ਤਲਵਾਰ ਦੇ ਅੱਗੇ ਸਿਰ ਲੈ ਕੇ ਆਓ। ਜੀ ਔਰੰਗਜ਼ੇਬ ਲੋਕਾਂ ਦੇ ਕੋਲ ਜਾ ਰਿਹਾ ਵੱਢਣ ਦੇ ਲਈ, ਤੇ ਗੁਰੂ ਸਾਹਿਬ ਦੇ ਕੋਲ ਲੋਕੀ ਦੌੜਾਂ ਲੈ ਕੇ ਆ ਰਹੇ ਨੇ, ਜੀ, ਚੀਜ਼ ਲੈ ਜੀ। ਕੇ ਆ ਰਹੇ ਨੇ। ਜੀ ਹੁਣ ਗੱਲ ਕੀ ਹੈ, ਗੁਰੂ ਸਾਹਿਬ ਦੀ ਜੋ ਤਲਵਾਰ ਹੈ, ਜੋ ਕਿਰਪਾਨ ਹੈ, ਉਹ ਬਖਸ਼ਿਸ਼ ਹੈ। ਉੱਥੇ ਉਹ ਪਤਾ ਹੈ ਵੀ ਇਸ ਤਲਵਾਰ ਦੇ ਅੱਗੇ ਸੀਸ ਭੇਟ ਕੇ ਤੇ ਜੀਵਨ ਮਿਲੇਗਾ, ਮਰਜੀਵੜੇ ਬਣ ਜਾਵਾਂਗੇ, ਜੀ ਮਰ ਕੇ ਜੀ ਪਵਾਂਗੇ, ਜੀ ਸਾਡੀਆਂ ਜੋ ਅੰਦਰ ਦੀਆਂ ਮਾੜੀਆਂ ਹਰਕਤਾਂ ਨੇ ਖਤਮ ਹੋ ਜਾਣਗੀਆਂ। ਜੀ। ਤੇ ਦੂਜੇ ਪਾਸੇ ਔਰੰਗਜ਼ੇਬ ਨੂੰ ਇਹ ਹੈ ਵੀ ਜੇ ਮੈਂ ਆਪਣਾ ਧਰਮ ਵਧਾਵਾਂਗਾ ਤੇ ਮੇਰੀ ਪਬਲਿਕਸਿਟੀ ਵਧੇਗੀ। ਜੀ ਸੋ ਇਹ ਸਰਕਾਰਾਂ ਦੇ ਵਿੱਚ ਚੱਲਦਾ ਰਹਿੰਦਾ। ਦੋਵੇਂ ਹੀ ਜ਼ਰੂਰੀ ਨੇ ਜੀ ਤੇ ਹਰ ਸਮੇਂ ਦੋਵੇਂ ਹੀ ਸਾਡੇ ਕੋਲ ਹੋਣੀਆਂ ਚਾਹੀਦੀਆਂ ਨੇ, ਪਰ ਉਹਨਾਂ ਦੀ ਇੱਕ ਸੀਮਾ ਹੋਣੀ ਚਾਹੀਦੀ ਹੈ, ਉਸ ਤੋਂ ਪਾਰ ਨਹੀਂ ਹੋਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ। ਅੱਜ ਅਸੀਂ ਗੱਲ ਕਰਾਂਗੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਜੋ ਇੱਕ ਬਿਆਨ ਦਿੱਤਾ ਗਿਆ ਹੈ ਕਿ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਬਣਾਉਣੇ ਚਾਹੀਦੇ ਹਨ, ਜਿਸ ਦੇ ਵਿਰੋਧ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਇੱਕ ਕਾਂਗਰਸ ਦੇ ਐਮਐਲਏ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਵੀ ਹਨ, ਰਾਜਾ ਵੜਿੰਗ, ਉਹਨਾਂ ਦੇ ਵੱਲੋਂ ਜਥੇਦਾਰ ਸਾਹਿਬ ਦੇ ਉੱਪਰ ਪ੍ਰਤੀਕਰਮ ਦਿੱਤਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਕੰਮ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਨਾ ਕਿ ਹਥਿਆਰਾਂ ਦੀ ਗੱਲ ਕਰਨੀ, ਨਾ ਕਿ ਸ਼ਾਂਤੀ ਨੂੰ ਭੰਗ ਕਰਨਾ। ਸੋ ਅੱਜ ਸਾਡੇ ਨਾਲ ਹਨ SGPC ਦੇ ਪ੍ਰਚਾਰਕ ਭਾਈ ਇੰਦਰਪਾਲ ਸਿੰਘ ਜੀ। ਸੋ ਆਓ ਭਾਈ ਇੰਦਰਪਾਲ ਸਿੰਘ ਜੀ ਨਾਲ ਗੱਲਬਾਤ ਸ਼ੁਰੂ ਕਰੀਏ। ਭਾਈ ਇੰਦਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਇੰਦਰਪਾਲ ਸਿੰਘ ਜੀ, ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਬਣਾਉਣਾ ਚਾਹੀਦਾ ਹੈ, ਤੇ ਉਸ ਦਾ ਵਿਰੋਧ ਭਗਵੰਤ ਮਾਨ ਨੇ ਤੇ ਰਾਜਾ ਵੜਿੰਗ ਨੇ ਕੀਤਾ ਹੈ ਕਿ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ਾਂਤੀ ਨੂੰ ਭੰਗ ਕਰਨਾ ਹੈ, ਤੇ ਜਥੇਦਾਰ ਨੂੰ ਸਿਰਫ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ। ਇਹ ਕਿੱਥੋਂ ਤੱਕ ਜਾਇਜ਼ ਹੈ,
ਇਹਦੇ ਬਾਰੇ ਦੱਸੋ। ਦੇਖੋ, ਜਦੋਂ ਤੋਂ ਆਪਾਂ ਇਸ ਫੀਲਡ ਵਿੱਚ ਆਏ ਹਾਂ, ਖੇਤਰ ਵਿੱਚ ਆਏ ਹਾਂ, ਜੀ ਇਤਿਹਾਸ ਦੀ ਸਟੱਡੀ ਕਰਾਉਣ ਵਾਲਿਆਂ ਨੇ ਸਾਨੂੰ ਇੱਕ ਗੱਲ ਸਿਖਾਈ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੀ ਹੁਣ ਜਦੋਂ ਆਪਾਂ ਇਤਿਹਾਸ ਦੇ ਵਿੱਚੋਂ ਇਹ ਕੁਝ ਵੇਖਦੇ ਹਾਂ, ਚੇਤਾ ਕਰੋ, ਕਿਉਂਕਿ ਇਹ ਬਿਆਨ ਜਦੋਂ ਦਿੱਤਾ ਗਿਆ ਉਹ ਸਮਾਂ ਸੀ 6ਵੇਂ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦਾ ਸਮਾਂ। ਜੀ ਹੁਣ ਆਪਾਂ ਪਿੱਛੇ ਚੱਲਦੇ ਹਾਂ। ਜੀ ਜਦੋਂ 6ਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਸੌਂਪੀ ਗਈ, ਸਤਿਗੁਰੂ ਜੀ ਨੇ ਉਸ ਸਮੇਂ ਸਿੱਖਾਂ ਨੂੰ ਹਥਿਆਰਬੰਦ ਹੋਣ ਦਾ ਉਪਦੇਸ਼ ਦਿੱਤਾ ਤੇ ਆਖਿਆ ਕਿ ਹੁਣ ਗੁਰੂ ਨੂੰ ਕੀਮਤੀ ਭੇਟਾਵਾਂ ਦੀ ਨਹੀਂ, ਜਵਾਨੀਆਂ ਦੀ ਲੋੜ ਹੈ, ਜੀ ਘੋੜਿਆਂ ਦੀ ਲੋੜ ਹੈ, ਜੀ ਸ਼ਸਤਰਾਂ ਦੀ ਲੋੜ ਹੈ। ਜੀ ਤੇ ਜੇ ਤੁਸੀਂ ਗੁਰੂ ਦੀ ਖੁਸ਼ੀ ਚਾਹੁੰਦੇ ਹੋ ਤੇ ਕੀਮਤੀ ਹਥਿਆਰ ਲੈ ਕੇ ਆਓ, ਆਪਣੇ ਆਪ ਨੂੰ ਮਜ਼ਬੂਤ ਬਣਾਓ। ਜੀ ਉਦੋਂ ਵੀ ਸਰਕਾਰ ਵੱਲੋਂ ਇਸ ਦਾ ਬਹੁਤ ਵਿਰੋਧ ਹੋਇਆ। ਜੀ ਤੇ ਦੂਜੀ ਗੱਲ, ਜਿਹੜੇ ਕੁਛ ਗੁਰੂ ਦੇ ਕੋਲ ਆਉਣ ਵਾਲੇ ਸਨ, ਜੀ ਜੋ ਸਿਰਫ ਤੇ ਸਿਰਫ ਆਪਣੀ ਭੇਡ ਪੂਜਾ ਦੇ ਲਈ ਗੁਰੂ ਦਾ ਆਸਰਾ ਲੈਂਦੇ ਸਨ, ਜੀ ਜਾਂ ਜਿਨ੍ਹਾਂ ਦਾ ਮਾਨਸਿਕ ਸਤਰ ਜ਼ਿਆਦਾ ਉੱਚਾ ਨਹੀਂ ਸੀ, ਜੀ ਸਿਰਫ ਉਹ ਪੇਟ ਤੱਕ ਹੀ ਸੀਮਤ ਸਨ, ਜੀ ਉਹਨਾਂ ਵੱਲੋਂ ਵੀ ਗੁਰੂ ਘਰ ਦੇ ਅੰਦਰ ਰਹਿ ਕੇ ਵੀ ਵਿਰੋਧ ਹੋਇਆ ਵੀ ਗੁਰੂ ਸਾਹਿਬ ਜੀ ਆਪਾਂ ਕਿਉਂ ਪੰਗਾ ਲਈਏ, ਜੀ ਵਧੀਆ ਤੋਰੀ ਫੁਲਕਾ ਚੱਲੀ ਜਾਂਦਾ ਹੈ, ਕੋਈ ਗੱਲ ਨਹੀਂ, ਜੇ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ ਹੈ ਤੇ ਆਪਾਂ ਅੱਗੇ ਤੋਂ ਸੰਭਲ ਕੇ ਚੱਲਾਂਗੇ। ਜੀ ਹੁਣ ਉਹੀ ਚੀਜ਼ ਜਦੋਂ ਆਪਾਂ ਵੇਖਦੇ ਹਾਂ ਹੁਣ ਹੋਈ ਹੈ। ਉਸੇ ਹੀ ਸਤਿਗੁਰੂ ਜੀ ਦੇ 6ਵੇਂ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦੇ ਉੱਤੇ ਇੱਕ ਵਾਰ ਫਿਰ ਹਥਿਆਰਬੰਦ ਹੋਣ ਦਾ ਉਪਦੇਸ਼ ਦਿੱਤਾ ਗਿਆ, ਆਦੇਸ਼ ਕੀਤਾ ਗਿਆ ਸਿੰਘ ਸਾਹਿਬ ਵੱਲੋਂ। ਉਸੇ ਹੀ ਤਰਜ਼ ਦੇ ਉੱਤੇ ਸਰਕਾਰ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜੀ ਉਸੇ ਹੀ ਤਰਜ਼ ਦੇ ਉੱਤੇ ਕੁਝ ਸਿੱਖਾਂ ਨੇ ਵੀ ਵਿੱਚੋਂ ਵਿਰੋਧ ਸ਼ੁਰੂ ਕਰ ਦਿੱਤਾ ਜੀ ਹੈ। ਕੀਤਾ ਹੈ ਜੀ। ਇਹ ਕੋਈ ਨਵੀਂ ਗੱਲ ਨਹੀਂ ਹੋਈ, ਨਵਾਂ ਵਰਤਾਰਾ ਨਹੀਂ ਵਾਪਰਿਆ। ਇਤਿਹਾਸ ਦੇ ਵਿੱਚ ਵੀ ਇਹ ਹੋਇਆ ਸੀ, ਹੁਣ ਵੀ ਹੋਇਆ ਤੇ ਹੁੰਦਾ ਰਹੇਗਾ। ਜੀ ਸੋ ਇਹ ਇੱਕ ਕਹਿ ਸਕਦੇ ਹਾਂ ਸੰਭਾਵੀ ਘਟਨਾ ਹੈ। ਜੀ ਜਿਵੇਂ ਜਿੰਦਾ ਸਤਰ ਹੈ ਉਵੇਂ ਸੋਚਦਾ ਹੈ। ਬਾਕੀ ਇਹ ਬਿਲਕੁਲ ਠੀਕ ਹੈ, ਕਿਉਂਕਿ ਜਿਹੜਾ ਉਹ ਪੁਰਬ ਹੈ ਸਾਨੂੰ ਇਸੇ ਵਾਸਤੇ ਹੀ ਮਨਾਉਣਾ ਚਾਹੀਦਾ ਹੈ। ਮਨਾਉਣ ਦਾ ਮਤਲਬ ਇਹ ਹੁੰਦਾ ਹੈ ਉਹਨੂੰ ਯਾਦ ਕਰਨਾ, ਇਤਿਹਾਸ ਜੀ ਨੂੰ ਯਾਦ ਕਰਨਾ। ਤੇ ਸਿੰਘ ਸਾਹਿਬ ਨੇ ਬਹੁਤ ਠੀਕ ਬਿਆਨ ਦਿੱਤਾ ਹੈ, ਆਪਣੀ ਆਤਮ ਰੱਖਿਆ ਦੇ ਲਈ ਸਾਨੂੰ ਹਥਿਆਰਬੰਦ ਹੋਣਾ ਚਾਹੀਦਾ ਹੈ। ਕਈ ਲੋਕ ਇਹ ਗੱਲ ਕਹਿ ਰਹੇ ਨੇ ਕਿ ਅੱਜ ਸਮਾਂ ਕਲਮ ਦਾ ਹੈ, ਤਲਵਾਰ ਦਾ ਨਹੀਂ, ਤੇ ਇਹ ਬਿਆਨ ਜਾਇਜ਼ ਨਹੀਂ ਗਾ, ਕਿਉਂਕਿ ਅਸੀਂ ਨੌਜਵਾਨਾਂ ਨੂੰ ਪੜ੍ਹਾਈ ਲਿਖਾਈ ਦੇ ਵੱਲ ਲੈ ਕੇ ਆਈਏ, ਨਾ ਕਿ ਹਥਿਆਰਾਂ ਦੇ ਵੱਲ। ਕਿਉਂਕਿ 1984 ਦੇ ਵਿੱਚ ਹਥਿਆਰਾਂ ਦੀ ਗੱਲ ਹੋਈ ਤੇ ਸਿੱਖ ਕੌਮ ਦਾ ਬੜਾ ਘਾਣ ਹੋਇਆ। ਇਹ ਆਪਣੇ ਆਪ ਨੂੰ ਬੁੱਧੀਜੀਵੀ ਅਖਵਾਉਣ ਵਾਲੇ ਇਹ ਗੱਲਾਂ ਕਰਦੇ ਪਏ ਨੇ, ਇਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਕਲਮ ਵੱਡੀ ਹੈ ਕਿ ਤਲਵਾਰ ਵੱਡੀ ਹੈ, ਜੀ ਇਹ ਸਮਾਂ ਤੇ ਸਥਿਤੀ ਨਿਸ਼ਚਿਤ ਕਰਦੇ ਨੇ। ਜੀ ਜੀ ਇੱਕ ਸਮਾਂ ਆਏਗਾ ਜਦੋਂ ਸਾਨੂੰ ਕਲਮ ਦੀ ਲੋੜ ਪੈ ਜਾਂਦੀ ਹੈ, ਜੀ ਇੱਕ ਸਮਾਂ ਆਉਂਦਾ ਜਦੋਂ ਸਾਨੂੰ ਤਲਵਾਰ ਦੀ ਲੋੜ ਪੈਂਦੀ ਹੈ। ਜੀ ਹੁਣ ਇਹ ਦੋਵੇਂ ਆਪਸ ਦੇ ਵਿੱਚ ਅੰਤਰ ਸੰਬੰਧਿਤ ਨੇ। ਜੀ ਜਦੋਂ ਤਲਵਾਰ ਆਪਣਾ ਅਕੀਦਾ ਭੁੱਲ ਕੇ, ਆਪਣੀ ਲਿਮਟ ਤੋਂ ਬਾਹਰ ਹੋ ਕੇ ਮਜ਼ਲੂਮਾਂ ਦਾ ਸਿਰ ਵੱਢਣ ਲੱਗਦੀ ਹੈ, ਜੀ ਫਿਰ ਕਲਮ ਉਹਨੂੰ ਰੋਕਦੀ ਹੈ। ਜੀ ਤੇ ਜਦੋਂ ਕਲਮ ਲੋਕਾਂ ਦੇ ਹੱਕ ਖਾਣ ਲੱਗ ਪੈਂਦੀ ਹੈ, ਜੀ ਮਾੜੇ ਪਾਸੇ ਚੱਲਣ ਲੱਗ ਪੈਂਦੀ ਹੈ, ਫਿਰ ਜੀ। ਤਲਵਾਰ ਉਹਨੂੰ ਰੋਕਦੀ ਹੈ। ਜੀ ਦੋਵੇਂ ਚੀਜ਼ਾਂ ਹੀ ਜ਼ਰੂਰੀ ਨੇ, ਜੀ ਦੋਵਾਂ ਤੋਂ ਬਿਨਾਂ ਇੱਕ ਦੇ ਨਾਲ ਸਾਡੀ ਗਤੀ ਨਹੀਂ। ਪਰ ਸਮਾਂ ਤੇ ਸਥਿਤੀ ਇਹ ਨੀਅਤ ਕਰਦੇ ਨੇ ਕਿ ਕਿਹਦੀ ਜ਼ਿਆਦਾ ਜ਼ਰੂਰਤ ਹੈ। ਜੀ ਹੁਣ ਜ਼ਰੂਰਤ ਕਲਮ ਦੀ ਵੀ ਹੈ, ਜੀ ਤਲਵਾਰ ਦੀ ਵੀ ਹੈ। ਜੀ ਤਲਵਾਰ ਸਿੰਘ ਸਾਹਿਬ ਨੇ ਸਿਰਫ ਰੱਖਣ ਲਈ ਆਖਿਆ, ਨਾ ਕਿ ਅਜੇ ਵਾਹੁਣ ਲਈ ਆਖਿਆ। ਜੀ ਜਿਵੇਂ ਆਪਾਂ ਉਦਾਹਰਨ ਦੇ ਲਈ ਹੁਣ ਪਿੱਛੇ ਜਿਹਾ ਕਰੋਨਾ ਆਇਆ। ਜੀ ਕਰੋਨਾ ਜਦੋਂ ਆਇਆ ਤੇ ਸਾਡੀਆਂ ਸਰਕਾਰਾਂ ਦੇ ਕੋਲ ਜਾਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਕੋਲ ਜਿਵੇਂ ਦੇ ਇੰਤਜ਼ਾਮ ਸੀ, ਕੁਝ ਵੈਂਟੀਲੇਟਰ ਸੀ, ਪੀਪੀਟੀ ਕਿੱਟਾਂ ਸੀ, ਉਹਨਾਂ ਨੇ ਸਾਂਭੇ ਹੋਏ ਸੀ। ਪਤਾ ਤਾਂ ਨਹੀਂ ਸੀ ਨਾ ਕਰੋਨਾ ਆ ਰਿਹਾ, ਜੀ ਪਰ ਜੋ ਉਹਨਾਂ ਦਾ ਸਮਾਨ ਸੀ ਕੁਝ ਮੌਕੇ ਤੇ ਤਿਆਰ ਹੋਇਆ, ਵਰਤਿਆ ਗਿਆ। ਜੀ ਹੈਗਾ ਸੀ ਤਾਂ ਹੀ ਵਰਤਿਆ ਗਿਆ, ਜੀ ਜੀ ਜੇ ਨਾ ਹੁੰਦਾ ਤਾਂ ਕਿੱਥੋਂ ਵਰਤ ਲੈਂਦੇ। ਨਹੀਂ ਵਰਤਿਆ ਜਾਣਾ ਸੀ। ਹੁਣ ਸਰਕਾਰਾਂ ਨੇ ਆਪਣੇ ਕੋਲ ਜੋ ਸੀ ਇੰਤਜ਼ਾਮ ਉਹ ਪਹਿਲਾਂ ਕੀਤੇ ਹੋਏ ਸੀ ਤੇ ਉਸ ਹਿਸਾਬ ਨਾਲ ਮੌਕੇ ਨੂੰ ਸਾਂਭ ਲਿਆ ਗਿਆ। ਜੀ ਇਸੇ ਤਰੀਕੇ ਸਿੰਘ ਸਾਹਿਬ ਨੇ ਹਥਿਆਰ ਰੱਖਣ ਦੀ ਗੱਲ ਕੀਤੀ ਹੈ, ਅਜੇ ਹਥਿਆਰ ਚਲਾਉਣ ਦੀ ਗੱਲ ਨਹੀਂ ਹੋਈ। ਜੀ ਤੇ ਹਥਿਆਰ ਰੱਖਣੇ, ਹਥਿਆਰ ਚਲਾਉਣੇ ਸਿੱਖਣੇ, ਇਹ ਤਾਂ ਸਤਿਗੁਰੂ ਜੀ ਦੇ ਹੁਕਮ ਹੀ ਹੈ ਸਾਨੂੰ। ਜੀ ਤੇ ਦੂਜੀ ਗੱਲ ਆਈ ਕਲਮ ਦੀ। ਦੇਖੋ, ਕਲਮ ਦੀ ਮਾਰ ਤੇ ਤਲਵਾਰ ਦੀ ਮਾਰ ਵੀ ਇੱਕੋ ਜਿੱਡੀ ਹੁੰਦੀ ਹੈ, ਬੰਦੇ ਨੂੰ ਮਾਰਨ ਦਾ ਰੱਖਦੀ ਹੈ। ਜੀ ਜਿਵੇਂ ਔਰੰਗਜ਼ੇਬ ਨੂੰ ਮਾਰਨ ਦੇ ਲਈ ਗੁਰੂ ਸਾਹਿਬ ਨੇ ਕਲਮ ਵਰਤੀ। ਜੀ ਜੀ ਹੁਣ ਦੂਜਾ ਪਾਸਾ ਜਦੋਂ ਆਪਾਂ ਵੇਖਦੇ ਹਾਂ, ਜੀ ਜਦੋਂ ਇਹ ਕਲਮ ਕਿਸੇ ਰਾਜਨੀਤਿਕ ਬੰਦੇ ਦੇ ਹੱਥ ਆਉਂਦੀ ਹੈ, ਜੀ ਉਹ ਉਹਨੂੰ ਹਥਿਆਰ ਦੀ ਤਰ੍ਹਾਂ ਵਰਤਦਾ ਹੈ। ਜੀ ਜਦੋਂ ਭਾਰਤ ਆਜ਼ਾਦ ਹੋਇਆ ਤੇ ਆਪਾਂ ਵੇਖਿਆ ਪਟੇਲ ਨੇ
ਕਲਮ ਵਰਤੀ, ਸਿੱਖਾਂ ਜੀ। ਨੂੰ ਜਰਾਈਮ ਪੇਸ਼ਾ ਆਖ ਦਿੱਤਾ। ਜੀ 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 ਠੀਕ ਹੈ ਜੀ, ਇਹ ਕਲਮ ਦੀ ਦੁਰਵਰਤੋਂ ਸੀ। ਜੀ ਉਸ ਤੋਂ ਬਾਅਦ 1984 ਦੇ ਵਿੱਚ ਜੋ ਮਤਾ ਪਿਆ ਅਨੰਦਪੁਰ ਸਾਹਿਬ ਦਾ, ਜੀ ਉਹਦੇ ਖਿਲਾਫ ਫਿਰ ਸਰਕਾਰ ਨੇ ਜੋ ਕਲਮਾਂ ਵਾਹੀਆਂ ਜੀ ਤੇ ਉਹਨਾਂ ਕਲਮਾਂ ਤੋਂ ਫਿਰ ਹਥਿਆਰ ਆਏ, ਜੀ ਹਥਿਆਰਾਂ ਤੋਂ ਫਿਰ ਬਰਬਾਦੀ ਹੋਈ। ਜੀ ਸੋ ਉਹ ਇੱਕ ਕਲਮ ਇੱਕ ਕਹਿ ਲਈਏ ਆਪਣੀ ਸੀਮਾ ਨੂੰ ਪਾਰ ਕਰ ਚੁੱਕੀ ਸੀ। ਜੀ ਉਹਨੂੰ ਤਾਂ ਹਥਿਆਰ ਚੱਕਣੇ ਪਏ। ਉਹਨੂੰ ਰੋਕਣ ਦੇ ਲਈ ਫਿਰ ਹਥਿਆਰ ਚੁੱਕਣੇ ਜ਼ਰੂਰੀ ਸਨ। ਜੀ ਹੁਣ ਆਪਾਂ ਵੇਖੀਏ, ਜੀ ਤਲਵਾਰ ਵੀ ਕਈ ਵਾਰੀ ਸਿਰਫ ਇਹ ਨਹੀਂ ਕਿ ਤਲਵਾਰ ਜ਼ੁਲਮ ਕਰਨ ਵਾਸਤੇ ਉੱਠਦੀ ਹੈ। ਜੀ ਜੀ ਤਲਵਾਰ ਜੇ ਸਾਡੇ ਕੋਲ ਹੋਏਗੀ ਤਾਂ ਸਾਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਹੈ ਕਿ ਅਸੀਂ ਸੁਰੱਖਿਅਤ ਹਾਂ। ਜੀ ਹੁਣ ਆਪਾਂ ਛੋਟੀ ਜਿਹੀ ਘਟਨਾ ਲਈਏ। 9ਵੇਂ ਪਾਤਸ਼ਾਹ ਜੀ ਦੇ ਵੇਲੇ ਔਰੰਗਜ਼ੇਬ ਨੇ ਤਲਵਾਰ ਕੱਢੀ। ਜੀ ਜੀ ਤਲਵਾਰ ਲੈ ਕੇ ਉਹ ਲੋਕਾਂ ਦੇ ਗਲੇ ਤੱਕ ਜਾਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਜਾਂ ਤਾਂ ਇਸਲਾਮ ਧਰਮ ਕਬੂਲ ਕਰੋ, ਨਹੀਂ ਤਾਂ ਮੇਰੀ ਤਲਵਾਰ ਤੁਹਾਡਾ ਗਲਾ ਵੱਢ ਦੇਵੇਗੀ। ਜੀ ਦੂਜੇ ਪਾਸੇ 10ਵੇਂ ਪਾਤਸ਼ਾਹ ਜੀ ਨੇ ਉਹਨਾਂ ਹੀ ਸਮਿਆਂ ਦੇ ਵਿੱਚ ਤਲਵਾਰ ਕੱਢੀ ਹੈ। ਜੀ ਤਲਵਾਰ ਕੱਢ ਕੇ ਕਹਿ ਰਹੇ ਨੇ, ਜਿੰਨੇ ਧਰਮੀ ਬਣਨਾ ਹੈ ਮੇਰੀ ਤਲਵਾਰ ਦੇ ਅੱਗੇ ਸਿਰ ਲੈ ਕੇ ਆਓ। ਜੀ ਔਰੰਗਜ਼ੇਬ ਲੋਕਾਂ ਦੇ ਕੋਲ ਜਾ ਰਿਹਾ ਵੱਢਣ ਦੇ ਲਈ ਤੇ ਗੁਰੂ ਸਾਹਿਬ ਦੇ ਕੋਲ ਲੋਕੀ ਧੌੜਾਂ ਲੈ ਕੇ ਆ ਰਹੇ ਨੇ, ਸੀਸ ਜੀ, ਲੈ ਜੀ। ਕੇ ਆ ਰਹੇ ਨੇ। ਜੀ ਹੁਣ ਗੱਲ ਕੀ ਹੈ, ਗੁਰੂ ਸਾਹਿਬ ਦੀ ਜੋ ਤਲਵਾਰ ਹੈ, ਜੋ ਕਿਰਪਾਨ ਹੈ, ਉਹ ਬਖਸ਼ਿਸ਼ ਹੈ। ਉਥੇ ਪਤਾ ਹੈ ਵੀ ਇਸ ਤਲਵਾਰ ਦੇ ਅੱਗੇ ਸੀਸ ਭੇਟ ਕੇ ਤੇ ਜੀਵਨ ਮਿਲੇਗਾ, ਮਰਜੀਵੜੇ ਬਣ ਜਾਵਾਂਗੇ, ਜੀ ਮਰ ਕੇ ਜੀ ਪਵਾਂਗੇ, ਜੀ ਸਾਡੀਆਂ ਜੋ ਅੰਦਰ ਦੀਆਂ ਮਾੜੀਆਂ ਹਰਕਤਾਂ ਨੇ ਖਤਮ ਹੋ ਜਾਣਗੀਆਂ। ਜੀ। ਤੇ ਦੂਜੇ ਪਾਸੇ ਔਰੰਗਜ਼ੇਬ ਨੂੰ ਇਹ ਹੈ ਵੀ ਜੇ ਮੈਂ ਆਪਣਾ ਧਰਮ ਵਧਾਵਾਂਗਾ ਤੇ ਮੇਰੀ ਪਬਲਿਕਸਿਟੀ ਵਧੇਗੀ। ਜੀ ਸੋ ਇਹ ਸਰਕਾਰਾਂ ਦੇ ਵਿੱਚ ਚੱਲਦਾ ਰਹਿੰਦਾ। ਦੋਵੇਂ ਹੀ ਜ਼ਰੂਰੀ ਨੇ ਜੀ ਤੇ ਹਰ ਸਮੇਂ ਦੋਵੇਂ ਹੀ ਸਾਡੇ ਕੋਲ ਹੋਣੀਆਂ ਚਾਹੀਦੀਆਂ ਨੇ, ਪਰ ਉਹਨਾਂ ਦੀ ਇੱਕ ਸੀਮਾ ਹੋਣੀ ਚਾਹੀਦੀ ਹੈ, ਉਸ ਤੋਂ ਬਾਹਰ ਨਹੀਂ ਹੋਣੀਆਂ ਚਾਹੀਦੀਆਂ। ਸੋਸ਼ਲ ਮੀਡੀਆ ਦੇ ਉੱਪਰ ਭਰਮਾਰ ਲੱਗੀ ਹੋਈ ਆ ਆਪਣੇ ਆਪ ਨੂੰ ਇਤਿਹਾਸਕਾਰ ਅਖਵਾਉਣ ਬਾਰੇ, ਜਿਨ੍ਹਾਂ ਦੇ ਵਿੱਚ ਇਕਬਾਲ ਸਿੰਘ ਢਿੱਲੋਂ ਆਪਣੇ ਆਪ ਨੂੰ ਇਤਿਹਾਸਕਾਰ ਅਖਵਾ ਰਹੇ ਨੇ। ਉਹਨਾਂ ਨੇ ਕਿਤਾਬ ਲਿਖਿਆ ਗੁਰੂ ਨਾਨਕ ਦਾ ਮਾਨਵਵਾਦ। ਉਸ ਦੇ ਅੰਦਰ ਬੜਾ ਕੁਝ ਸਿੱਖ ਧਰਮ ਦੇ ਖਿਲਾਫ ਹੀ ਹੈ ਤੇ ਉਹ ਇਨਸਾਨ ਇਹ ਗੱਲ ਕਹਿ ਰਿਹਾ ਹੈ ਕਿ ਸਾਨੂੰ 21ਵੀਂ ਸਦੀ ਦੇ ਵਿੱਚ ਪੜ੍ਹਾਈ ਤੋਂ ਦੂਰ ਕਰਕੇ ਇੱਧਰ ਮੋੜਿਆ ਜਾ ਰਿਹਾ ਹੈ। ਤੇ ਨਾਲ ਹੀ ਇੱਕ ਭਰਮਾਰ ਇਹ ਲੱਗੀ ਹੋਈ ਆ ਕਿ ਸਾਨੂੰ ਭਾਰਤ ਵਰਗੇ ਲੋਕਤੰਤਰ ਦੇਸ਼ ਵਿੱਚ ਰਹਿ ਕੇ, ਬਲਕਿ ਇਹਨੂੰ ਅਖੌਤੀ ਲੋਕਤੰਤਰ ਕਵਾਂਗੇ ਕਿਉਂਕਿ ਲੋਕਤੰਤਰ ਨਾਮ ਦੀ ਇੱਥੇ ਕੋਈ ਚੀਜ਼ ਨਹੀਂ। ਉਹ ਕਹਿ ਰਹੇ ਨੇ ਕਿ ਭਾਰਤ ਵਰਗੇ ਦੇਸ਼ ਵਿੱਚ ਰਹਿ ਕੇ ਸਾਨੂੰ IPS ਬਣਨਾ ਚਾਹੀਦਾ ਹੈ, ਸਾਨੂੰ ਕਮਿਸ਼ਨਰ ਬਣਨਾ ਚਾਹੀਦਾ ਹੈ, ਇੱਥੇ ਵਿੱਤਾ ਪ੍ਰਾਪਤ ਕਰਕੇ ਇਹ ਪੋਜੀਸ਼ਨਾਂ 'ਤੇ ਪਹੁੰਚਣਾ ਚਾਹੀਦਾ ਸਿੱਖਾਂ ਨੂੰ, ਬਲਕਿ ਨਾ ਕਿ ਹਥਿਆਰਾਂ ਵੱਲ ਹੋਣਾ ਚਾਹੀਦਾ। ਹੁਣ ਇਹ ਦੱਸੋ ਕਿ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਆਪਾਂ ਕਹਿਣਾ ਚਾਹਾਂਗੇ, ਪਹਿਲੀ ਗੱਲ ਤਾਂ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਉਹਨਾਂ ਦੀ ਕਿਤਾਬ ਮੈਂ ਨਹੀਂ ਪੜ੍ਹੀ। ਜੀ ਬਾਕੀ ਤੁਹਾਡੇ ਵਿਚਾਰਾਂ ਤੋਂ ਜਿਵੇਂ ਦਾ ਤੁਹਾਡਾ ਸਵਾਲ ਹੈ ਆਪਾਂ ਉਹਨੂੰ ਉਦਾਹਰ ਬਣਾ ਕੇ ਗੱਲ ਕਰ ਸਕਦੇ ਹਾਂ। ਜੀ ਦੇਖੋ, ਪੜ੍ਹਾਈ ਦੀ ਜੇ ਗੱਲ ਕਰੀਏ ਵੀ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤੇ ਇਹ ਆਪਾਂ ਨਹੀਂ ਕਹਿ ਸਕਦੇ ਕਿ ਉਸੇ ਰਾਈਟਰ ਨੇ ਆਖਿਆ। ਜੀ ਇਹ ਤਾਂ ਸਾਨੂੰ ਗੁਰੂ ਸਾਹਿਬ ਵੀ ਕਹਿ ਗਏ ਨੇ, ਵਿਦਿਆ ਵਿਚਾਰੀਤਾ ਪਰਉਪਕਾਰੀ। ਜੀ ਜਿਵੇਂ ਨਾ ਇੱਕ ਬਜ਼ੁਰਗਾਂ ਦੇ ਕੋਲ ਉਦਾਹਰਨ ਸੁਣੀਦਾ ਹੁੰਦਾ ਸੀ, ਜੀ ਆਪਾਂ ਗੱਡੀ ਨੂੰ ਰੋਕਣਾ ਹੈ, ਜੀ ਕਿਸੇ ਚੱਲਦੀ ਗੱਡੀ ਨੂੰ ਰੋਕਣਾ ਹੈ, ਜੀ ਜੇ ਬਾਹਰੋਂ ਰੋਕਾਂਗੇ ਤਾਂ ਬਹੁਤ ਜ਼ਿਆਦਾ ਫੋਰਸ ਦੀ ਲੋੜ ਪਏਗੀ, ਗੱਡੀ ਰੁਕੇਗੀ ਨਹੀਂ। ਜੀ ਪਰ ਜੇਕਰ ਸਾਡਾ ਕੋਈ ਬੰਦਾ ਜਾਂ ਅਸੀਂ ਗੱਡੀ ਦੇ ਵਿੱਚ ਬੈਠੇ ਹਾਂ ਤੇ ਰੁਕਣਾ ਬਹੁਤ ਸੌਖਾ, ਮਾੜਾ ਜਿਹਾ ਪੈਰ ਹੀ ਨੱਪਣਾ, ਗੱਡੀ ਉਸ ਟਾਈਮ ਰੁਕੇਗੀ। ਰੁਕੇਗੀ। ਹਾਂ, ਸਾਨੂੰ ਸਰਕਾਰੀ ਤੰਤਰ ਦੇ ਅੰਦਰ ਜਾਣਾ ਚਾਹੀਦਾ, ਜੀ ਸਾਨੂੰ IPS ਬਣਨਾ ਚਾਹੀਦਾ, ਸਾਨੂੰ ਵੱਖ-ਵੱਖ ਅਹੁਦਿਆਂ ਤੇ ਜਾਣਾ ਚਾਹੀਦਾ ਤੇ ਜਾਣਾ ਪਵੇਗਾ, ਜੀ ਹੋਰ ਕੋਈ ਹੱਲ ਵੀ ਨਹੀਂ ਹੈ। ਜੀ ਹੁਣ ਨਾ ਇਹਨੂੰ ਆਪਾਂ ਦੂਜੇ ਤਰੀਕੇ ਨਾਲ ਵੇਖਦੇ ਹਾਂ ਵੀ ਅਸੀਂ ਇਹਦੇ ਤੋਂ ਦੂਰ ਹੋਏ ਹਾਂ। ਚਲੋ, ਇਹ ਚੰਗੀ ਗੱਲ ਹੈ, ਉਹਨਾਂ ਨੇ ਪ੍ਰੇਰਿਤ ਕੀਤਾ ਤੇ ਕਰਨਾ ਚਾਹੀਦਾ। ਜੀ ਇਸ ਤੋਂ ਬਾਅਦ ਹੀ ਆਪਾਂ ਦੂਜੀ ਗੱਲ ਕਰਦੇ ਹਾਂ। ਪਹਿਲਾਂ ਇੱਕ ਚੀਜ਼ ਵੇਖੀਏ, ਜੀ ਆਪਾਂ ਮੁਕਤਸਰ ਸਾਹਿਬ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਜੀ ਉੱਥੋਂ ਦਾ ਇਤਿਹਾਸ ਸਾਨੂੰ ਇੱਕ ਆਉਣ ਵਾਲੇ ਸਮੇਂ ਦੀ ਪੈੜ ਦੱਸਦਾ ਹੈ। ਜੀ ਉਸ ਜਗ੍ਹਾ ਦੇ ਉੱਤੇ ਜਦੋਂ ਜੰਗ ਲੱਗਾ ਹੈ, ਇੱਕ ਖਦਰਾਣੇ ਦੀ ਢਾਬ ਹੈ, ਜੀ ਇੱਕ ਪਾਸੇ ਗੁਰੂ ਦੀ ਫੌਜ ਲੜ ਰਹੀ ਹੈ, ਜੀ ਇੱਕ ਪਾਸੇ ਵਜ਼ੀਰ ਖਾਨ ਦੀ ਫੌਜ ਲੜ ਰਹੀ ਹੈ। ਜੀ ਪਹੁੰਚਣਾ ਖਦਰਾਣੇ ਦੀ ਢਾਬ ਤੱਕ, ਜੀ ਕਿਉਂਕਿ ਉਹ ਸਮਾਂ ਅੱਤ ਦੀ ਗਰਮੀ ਦਾ ਸਮਾਂ ਸੀ ਜੀ ਤੇ ਜਿੰਨੇ ਪਹਿਲੋਂ ਪਹੁੰਚਣਾ ਸੀ ਉਹਨੇ ਹੀ ਜਿੱਤਣਾ ਸੀ। ਜੀ ਹੋਇਆ ਕਿ ਗੁਰੂ ਸਾਹਿਬ ਉਸ ਥਾਂ ਤੇ ਪਹੁੰਚ ਜਾਂਦੇ ਨੇ, ਜੀ ਢਾਬ ਤੇ ਕਬਜ਼ਾ ਹੁੰਦਾ ਹੈ ਜੀ ਤੇ ਜੋ ਫੌਜ ਸੀ, ਦੁਸ਼ਮਣ ਫੌਜ ਸੀ, ਜੀ। ਉਹ ਪਾਣੀ ਤੋਂ ਰਿਹਾਈ ਹੋਈ ਵਾਪਸ ਮੁੜ ਕੇ ਚਲੀ ਜਾਂਦੀ ਹੈ। ਚਲੀ ਜਾਂਦੀ ਜੀ। ਜਿੱਤ ਕਿੰਨੇ ਨਿਸ਼ਚਿਤ ਕੀਤੀ? ਉਸ ਖਦਰਾਣੇ ਦੀ ਢਾਬ ਨੇ। ਜੀ ਅੱਜ ਦਾ ਸਮਾਂ ਵੇਖੀਏ ਨਾ
ਤੇ ਅੱਜ ਉਹ ਢਾਬ ਜਿਹੜੀ ਹੈ ਦੁਸ਼ਮਣ ਦੇ ਹੱਥਾਂ ਵਿੱਚ ਹੈ, ਵਿਰੋਧੀਆਂ ਦੇ ਹੱਥਾਂ ਵਿੱਚ ਹੈ। ਜੀ ਇਸੇ ਵਾਸਤੇ ਸਾਡੇ ਬੱਚੇ ਅੱਜ ਕੱਲ੍ਹ ਕੀ ਕਰ ਰਹੇ ਨੇ, ਸਾਡੀਆਂ ਯੂਨੀਵਰਸਿਟੀਆਂ ਖਾਲੀ ਨੇ, ਸਾਡੇ ਇੰਸਟੀਚਿਊਟ ਖਾਲੀ ਨੇ ਜੋ ਧਾਰਮਿਕ ਵਿੱਦਿਆ ਦੇਣ ਵਾਲੇ ਸਨ। 12ਵੀਂ ਤੋਂ ਬਾਅਦ ਸਿੱਧਾ ਆਈਲੈਟਸ ਕਰਕੇ ਜੀ ਤੇ ਹਰ ਕੋਈ ਬੱਚਾ ਬਾਹਰ ਜਾ ਰਿਹਾ। ਜੀ ਉਹ ਖੁਦਰਾਣੇ ਦੀ ਢਾਬ ਤੱਕ ਅਸੀਂ ਨਹੀਂ ਪਹੁੰਚ ਰਹੇ, ਤਾਂ ਹੀ ਅਸੀਂ ਉੱਥੋਂ ਹੋ ਕੇ ਵਾਪਸ ਜਾ ਰਹੇ ਹਾਂ ਨੌਕਰੀਆਂ ਪਾਸੇ। ਅੱਜ ਕੋਈ ਕਿਸੇ ਬੱਚੇ ਨੂੰ ਪੁੱਛ ਲਓ, ਪੰਜਾਬੀ ਬੱਚਿਆਂ ਨੂੰ ਨੌਕਰੀ ਪਾਸੇ ਉਹਦਾ ਜਾਣ ਦਾ ਰੁਝਾਨ ਹੀ ਨਹੀਂ ਹੈ, ਜੀ ਕਿਉਂਕਿ ਢਾਬ। ਹੁਣ ਦੂਜੇ ਪਾਸੇ ਜੇ ਵੇਖੀਏ, ਸਾਡੇ ਥੋੜ੍ਹੇ ਜਿਹੇ ਪਿਛਲੇ ਸਮੇਂ ਦੇ ਵਿੱਚ ਜੀ ਸਾਡੇ ਹੀ ਪਰਿਵਾਰਾਂ ਚੋਂ ਉੱਠੇ ਹੋਏ ਕਈ ਬੱਚੇ ਚੰਗਾ ਪੜ੍ਹੇ ਲਿਖੇ ਜੀ ਉੱਚੇ ਅਹੁਦਿਆਂ ਤੇ ਪਹੁੰਚ ਗਏ, ਜੀ ਪਰ ਉਹਨਾਂ ਨੇ ਦਸਤੇ ਦਾ ਕੰਮ ਕੀਤਾ, ਨਾ ਕਿ ਕੌਮ ਦੀ ਭਲਾਈ ਦਾ ਕੰਮ ਕੀਤਾ। ਜੀ ਜਿਵੇਂ ਨਾ ਆਪਾਂ ਆਮ ਹੀ ਕਵਿਸ਼ਰੀਆਂ ਦੇ ਕੋਲੋਂ, ਢਾਡੀਆਂ ਦੇ ਕੋਲੋਂ ਇੱਕ ਸੁਣਦੇ ਹੁੰਦੇ ਆ ਸ਼ੇਰ, ਰੁੱਖ ਰੋਪਿਆ ਕੁਹਾੜੇ ਵਿੱਚ ਵੇਖ ਦਸਤਾ, ਟੱਕ ਜੜ੍ਹਾਂ ਨੂੰ ਲਾਇਆ ਤਾਂ ਆਪਣੇ ਨੇ। ਹੁਣ ਉਹਨਾਂ ਨੇ ਪੜ੍ਹਾਈਆਂ ਤਾਂ ਕਰ ਲਈਆਂ, ਪਰ ਕੀ ਕੀਤਾ ਵੀ ਆਪਣਿਆਂ ਨੂੰ ਹੀ ਮਾਰਿਆ ਉਹਨਾਂ ਨੇ। ਜੀ ਦਸਤਾ ਬਣ ਕੇ ਐਸਾ ਕੰਮ ਕਰ ਗਏ ਕਿ ਲੋਕਾਂ ਨੇ ਉਸ ਪਾਸੇ ਜਾਣ ਦਾ ਇੱਕ ਕਹਿ ਲਈਏ ਵੀ ਬੱਚਿਆਂ ਨੇ ਕਹਿਣਾ ਸ਼ੁਰੂ ਕਰਤਾ, ਯਾਰ ਤੂੰ ਤਾਂ ਉਹਦੇ ਵਰਗਾ ਹੀ ਬਣੇਗਾ, ਜੀ ਜੋ ਕਿ ਬਹੁਤ ਮਾੜਾ ਹੋਇਆ। ਅੱਜ ਵੀ ਜਦੋਂ ਵੇਖੀਏ ਨਾ, ਜਿਹੜੇ ਉਸ ਸਮੇਂ 1984 ਦੇ ਵਿੱਚ ਕਹਿ ਲਈਏ ਡੈਵਿਲ ਚਿਹਰੇ ਸੀ, ਡੈਵਿਲ ਫੇਸ ਸੀ, ਮਾੜੇ ਚਿਹਰੇ ਜਾਂ ਦੁਸ਼ਟ ਚਿਹਰੇ, ਰਾਖਸ਼ ਚਿਹਰੇ, ਜੀ ਅੱਜ ਦੇ ਸਮੇਂ ਉਹਨਾਂ ਦੇ ਪਰਿਵਾਰਾਂ ਨੂੰ ਆਪਾਂ ਫਿਰ ਗੱਦੀਆਂ ਤੇ ਬਾਤਾ। ਜੀ ਜ਼ਿਆਦਾ ਦੂਰ ਨਾ ਜਾਓ, ਹੁਣੇ ਹੀ ਆ ਲੁਧਿਆਣੇ 'ਚ ਵੇਖ ਲਓ ਜਾਂ ਕਿਤੇ ਹੋਰ ਥੋੜ੍ਹਾ ਜਿਹਾ ਸਮਾਂ ਪਹਿਲਾਂ ਵੇਖ ਲਓ, ਰਮਨੀਤ ਬਿੱਟੂ, ਹਾਂ, ਉਹਨਾਂ ਦੇ ਹੀ ਪਰਿਵਾਰਾਂ ਨੂੰ ਜਿਨ੍ਹਾਂ ਨੇ ਸਾਡੇ ਵਿਰੋਧ 'ਚ ਕੰਮ ਕੀਤਾ, ਜੀ ਉਹ ਫਿਰ ਗੱਦੀਆਂ ਤੇ ਨੇ। ਜੀ ਸੋ ਚੰਗਿਆਂ ਨੂੰ ਅੱਗੇ ਆਉਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਪਹਿਲ ਗੁਰਬਾਣੀ ਦੀ ਹੋਣੀ ਚਾਹੀਦੀ ਹੈ। ਗੁਰਬਾਣੀ ਤੋਂ ਸਾਨੂੰ ਸਿੱਖਿਆ ਮਿਲੇਗੀ ਕਿ ਅਸੀਂ ਹਾਂ ਕੀ ਤੇ ਕਰਨਾ ਕੀ ਹੈ। ਨਹੀਂ ਤਾਂ ਜ਼ਿਆਦਾ ਹੀ ਕਿਤੇ ਅਸੀਂ ਸਿਵਲਾਈਜੇਸ਼ਨ ਦੇ ਵਿੱਚ ਪੈ ਕੇ ਜਾਂ ਆਜ਼ਾਦੀ ਦੇ ਵਿੱਚ ਪੈ ਕੇ ਆਪਣਾ ਕੀਦਾ ਹੀ ਭੁੱਲ ਗਏ, ਤੇ ਫਿਰ ਹੋ ਸਕਦਾ ਅਸੀਂ ਆਪਣਿਆਂ ਨੂੰ ਮਾਰਨ ਤੇ ਉਤਾਰੂ ਹੋ ਜਾਈਏ। ਤੁਸੀਂ SGPC ਦੇ ਵਿੱਚ ਪ੍ਰਚਾਰਕ ਹੋ, ਮੈਂ ਸਵਾਲ ਕਰਦਾ ਕਿ ਅੱਜ ਸਿੱਖ ਪੰਥ ਵਿੱਚ ਧੜੇ ਬਣ ਗਏ ਨੇ। ਸ਼੍ਰੀ ਦਸਮ ਗ੍ਰੰਥ ਜਿਹਦੇ ਉੱਪਰ ਬਹੁਤ ਜ਼ਿਆਦਾ ਵਿਵਾਦ ਹੈ। ਇੱਕ ਧੜਾ ਉਹ ਹੈ ਜਿਹੜਾ ਕਹਿੰਦਾ ਸੰਪੂਰਨ ਦਸਮ ਗ੍ਰੰਥ ਕਲਗੀਧਰ ਜੀ ਦੀ ਬਾਣੀ ਹੈ। ਇੱਕ ਧੜਾ ਉਹ ਹੈ ਕਿ ਜਿਹੜੇ ਸਿਰਫ ਮੁੱਖ ਵਾਕ ਨੂੰ ਬਾਣੀ ਮੰਨਦੇ ਨੇ, ਜਿਵੇਂ ਮਿਸ਼ਨਰੀ ਧੜਾ ਹੋ ਗਿਆ। ਇੱਕ ਧੜਾ ਉਹ ਹੈ ਕਿ ਜਿਹੜਾ ਸਿਰਫ ਰਹਿਤ ਮਰਿਆਦਾ ਵਿੱਚ ਉਹ ਲਿਖਿਆ ਕਿ ਸਵਈਏ, ਚੌਪਈ ਸਾਹਿਬ ਤੇ ਜਾਪ ਸਾਹਿਬ, ਆਹ ਤਿੰਨ ਬਾਣੀਆਂ ਹੀ ਉਹ ਮੰਨਦੇ ਨੇ ਕਿ ਅਸੀਂ ਰਹਿਤ ਮਰਿਆਦਾ ਦੇ ਵਿੱਚ ਚੱਲਣਾ, ਅਸੀਂ ਰਹਿਤ ਮਰਿਆਦਾ ਤੋਂ ਬਾਹਰ ਨਹੀਂ ਚੱਲਣਾ। ਤੁਸੀਂ SGPC ਦੇ ਵਿੱਚ ਪ੍ਰਚਾਰਕ ਹੋ, ਕਿ ਤੁਸੀਂ ਇੱਕ ਮੁਲਾਜ਼ਮ ਹੋ, ਆਪਾਂ ਇਹ ਕਹਿ ਲਈਏ ਕਿ ਤੁਸੀਂ ਆਪਣੇ ਸੀਨੀਅਰਾਂ ਦੇ ਨਾਲ ਮਿਲ ਕੇ ਇਹ ਗੱਲ ਕੀਤੀ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ, ਜਿਹੜੇ ਪੰਥ ਦੇ ਵਿੱਚ ਪਵਾੜੇ ਪਏ ਹੋਏ ਨੇ ਇਸ ਨੂੰ ਸੁਲਝਾਇਆ ਜਾਵੇ, ਇੱਕ ਬੰਨਾ ਕੀਤਾ ਜਾਵੇ। ਦੇਖੋ, ਇਹ ਮਸਲੇ ਨਾ ਸਾਡੇ ਜੰਮਣ ਤੋਂ ਵੀ ਬੜਾ ਪਹਿਲੋਂ ਦੇ ਨੇ ਜੀ, ਤੇ ਮੈਂ ਸਮਝਦਾ ਕਿ ਸਾਡੇ ਤੋਂ ਪਹਿਲਾਂ ਹੀ ਉੱਥੇ ਮਸਲੇ ਪਹੁੰਚੇ ਹੋਏ ਨੇ ਜੀ। ਤੇ ਦੂਜੀ ਗੱਲ, ਇਸ ਮਸਲੇ ਦੇ ਸੰਬੰਧ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਵਿਦਵਾਨਾਂ ਦੇ ਮਸਲੇ ਨੇ, ਜੀ ਸਾਡੇ ਮਸਲੇ ਨਹੀਂ ਗੇ। ਜੀ ਅਸੀਂ ਸਿਰਫ ਪ੍ਰਚਾਰਕ ਹਾਂ, ਗੁਰਬਾਣੀ ਦੇ ਪ੍ਰਚਾਰਕ ਹਾਂ, ਨਾ ਅਸੀਂ ਇਤਿਹਾਸਕਾਰ ਹਾਂ ਤੇ ਨਾ ਹੀ ਅਸੀਂ ਕੋਈ ਸੀਨੀਅਰ ਆਗੂ ਹਾਂ, ਕੋਈ ਧਾਰਮਿਕ ਲੀਡਰ ਵੀ ਨਹੀਂ ਹੈਗੇ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤੇ ਅਸੀਂ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਤੇ ਗੁਰਬਾਣੀ ਦਾ, ਬਲਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉੱਪਰ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, SGPC ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਜਿਹੜੇ ਗੁਰਦੁਆਰਿਆਂ ਦੇ ਵਿੱਚ ਮੈਨੇਜਰ ਲੱਗੇ ਨੇ, ਉਹ ਹੀ ਸਵਾਲ ਚੱਕ ਰਹੇ ਨੇ ਕਿ ਕੱਚਾ ਖਰੜਾ ਹੈ। ਨਹੀਂ, ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਹ ਬਹੁਤ ਪੁਰਾਣੇ ਨੇ ਤੇ ਸੂਝਵਾਨ ਸਿੱਖਾਂ ਦੇ ਨੇ, ਜਿਵੇਂ ਕਿ ਹੁਣ ਸਾਡੇ ਜਥੇਦਾਰ ਜੀ ਬਹੁਤ ਉੱਚ ਵਿੱਦਿਆ ਕਰਕੇ, ਪੜ੍ਹ ਕਰਕੇ ਆਪਣੇ ਉਹਦੇ ਤੇ ਆਏ ਨੇ। ਸੋ ਇਹ ਵਿਸ਼ੇ ਵੱਡੇ ਲੈਵਲ ਦੇ ਨੇ, ਇਹ ਅਸੀਂ ਇਹਨਾਂ ਤੋਂ ਅਲੱਗ ਹਟ ਕੇ, ਕਿਉਂਕਿ ਨਾ ਅਸੀਂ ਕੋਈ ਵੱਡੇ ਵਿਦਵਾਨ ਆ, ਆਪਣੇ ਆਪ ਨੂੰ ਵਿਦਵਾਨ ਗਿਣਦੇ ਹਾਂ, ਤੇ ਨਾ ਹੀ ਅਸੀਂ ਕੋਈ ਸੀਨੀਅਰ ਆਗੂ ਹਾਂ, ਨਾ ਅਸੀਂ ਕੋਈ ਲੀਡਰ ਹਾਂ। ਅਸੀਂ ਸਿਰਫ ਪ੍ਰਚਾਰਕ ਹਾਂ ਤੇ ਸਾਨੂੰ ਗੁਰੂ ਸਾਹਿਬ ਨੇ ਪ੍ਰਚਾਰ ਤੇ ਲਾਇਆ ਹੋਇਆ, ਅਸੀਂ ਆਪਣੀ ਸੇਵਾ ਨਿਭਾ ਰਹੇ ਹਾਂ ਜਿੰਨੇ ਕੁ ਜੋਗੇ ਹੈਗੇ ਹਾਂ। ਤੁਸੀਂ ਗੱਲ ਕੀ ਆ ਕਿ ਪੁਰਾਣੇ ਮਸਲੇ ਨੇ, ਬਲਕਿ ਜੋ ਪੁਰਾਣੇ ਮਸਲੇ ਨੇ ਸਾਨੂੰ ਇਹ ਸਮਝ ਆ ਰਹੀ ਹੈ ਕਿ ਇਹਨਾਂ ਮਸਲਿਆਂ ਨੂੰ ਸੁਲਝਾਇਆ ਕਿ ਜਾਵੇ। ਹੁਣ ਤੇ ਸਮਾਂ ਹੈ
ਹੁਣ ਤੇ ਠੀਕ ਹੈ, ਪਹਿਲਾਂ ਇੰਨੇ ਬੁੱਧੀਜੀਵੀ ਨਹੀਂ ਹੋਣਗੇ, 94 ਬੁੱਧੀਜੀਵੀ ਸਨ, ਜਿਵੇਂ ਗਿਆਨੀ ਦਿੱਤੇ ਸਿੰਘ ਜੀ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਪ੍ਰੋਫੈਸਰ ਸਾਹਿਬ ਸਿੰਘ ਜੀ, ਦੇਖ ਸੇ ਬੁੱਧੀਜੀਵੀ ਹੈਗੇ ਸੀ। ਪਰ ਜਿੰਨੇ ਹੁਣ ਨੇ ਇੰਨੇ ਤਾਂ ਨਹੀਂ ਸੀ, ਕਿ ਉਸ ਸਮੇਂ ਸਮਾਂ ਵੀ ਕੁਝ ਹੋਰ ਸੀ, ਕਿਉਂਕਿ ਗੁਰੂ ਧਾਮ ਮਹੰਤਾਂ ਦੇ ਕਬਜ਼ੇ ਵਿੱਚ ਸਨ। ਉਹਨਾਂ ਤੋਂ ਯਾਦ ਕਰਾਇਆ, ਫਿਰ ਸਿੱਖ ਰਹਿਤ ਮਰਿਆਦਾ ਬਣਾਈ, SGPC ਬਣੀ। ਪਰ ਹੁਣ ਤੇ ਸਮਾਂ ਹੈ ਕਿ ਅਸੀਂ ਇੱਕ ਹੋ ਕੇ ਹੋ ਇਕੱਤਰ ਮਿਲੋ ਮੇਰੇ ਭਾਈ, ਤੂੰ ਵੀ ਗੌਰ ਕਰੋ ਲਿਵਲਾਏ। ਹੁਣ ਤੇ ਸਮਾਂ ਹੈ ਕਿ ਹੁਣ ਤੇ ਅਸੀਂ ਇਹਨਾਂ ਮਸਲਿਆਂ ਨੂੰ ਨਜਿੱਠ ਲਈਏ, ਚਾਹੇ ਪ੍ਰਚਾਰਕ ਹੈ, ਰਾਗੀ ਹੈ, ਢਾਕੀ ਹੈ, ਕੋਈ ਵੀ ਆ, ਚਾਹੇ SGPC ਮੈਂਬਰ ਹੈ, ਚਾਹੇ ਪ੍ਰਧਾਨ ਹੈ, ਚਾਹੇ ਉੱਤੇ ਕੋਈ ਮੁਲਾਜ਼ਮ ਹੈ, ਚਾਹੇ ਪ੍ਰਚਾਰਕ ਹੈ, ਉਹਦੇ ਵਿੱਚ ਕੰਮ ਕਰਦੇ, ਬਲਕਿ ਸਾਰਿਆਂ ਦਾ ਫਰਜ਼ ਤੇ ਬਣ ਗਿਆ ਨਾ ਕਿ ਇੱਕ ਮੰਚ ਕੇ ਅਸੀਂ ਇਕੱਠੇ ਹੋਈਏ ਤੇ ਇਹਨਾਂ ਮਸਲਿਆਂ ਨੂੰ ਸੁਲਝਾਈਏ। ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਜੀ ਸਮੇਂ-ਸਮੇਂ ਤੇ ਕੋਈ ਸਿੱਖ ਸੰਗਤ ਨੂੰ ਜੀ ਅਪੀਲ ਕਰਦਾ ਹੈ, ਆਦੇਸ਼ ਵੀ ਕਰਦਾ ਹੈ ਸਮੇਂ-ਸਮੇਂ ਤੇ ਜੀ ਵੀ ਇਕੱਠੇ ਹੋਈਏ, ਜੀ ਏਕੇ 'ਚ ਹੀ ਬਰਕਤ ਹੈ, ਜੀ ਤੇ ਆਖਰ ਸਾਡਾ ਭਲਾ ਵੀ ਏਕੇ ਨਹੀਂ ਕਰਨਾ ਹੈ। ਜੀ ਤੇ ਕਿਉਂਕਿ ਸਾਡੀ ਬਾਣੀ ਦੀ ਸ਼ੁਰੂਆਤ ਹੀ ਏਕੇ ਤੋਂ ਹੁੰਦੀ ਹੈ, ਜੀ ਸੋ ਜੋ ਵੀ ਇਹ ਮਸਲੇ ਨੇ, ਆਪਾਂ ਉਮੀਦ ਕਰਦੇ ਹਾਂ ਕਿ ਪੰਥ ਦੇ ਜੋ ਸੀਨੀਅਰ ਆਗੂ ਨੇ, ਵੱਡੇ ਵਿਦਵਾਨ ਨੇ, ਜੀ ਮਿਲ ਕਰਕੇ ਇਹਨੂੰ ਹੱਲ ਜੀ ਕਰਨਗੇ, ਜੀ ਜਿਹਦੇ ਸਾਰਿਆਂ ਦਾ ਹੀ ਫਾਇਦਾ ਹੈ। ਜੀ ਸੋ ਆਪਾਂ ਤਾਂ ਉਮੀਦ ਕਰ ਸਕਦੇ ਹਾਂ, ਗੁਰੂ ਸਾਹਿਬ ਨੂੰ ਬੇਨਤੀ ਕਰ ਸਕਦੇ ਹਾਂ ਵੀ ਗੁਰੂ ਸਾਹਿਬ ਜੀ ਵਰਤ ਕੇ ਆਪਣੇ ਹਰਜਿੰਦਰ ਸਿੰਘ ਧਾਮੀ ਜੀ ਨੇ ਇੱਕ ਬਿਆਨ ਦਿੱਤਾ ਇੱਕ ਨਿੱਜੀ ਚੈਨਲ ਉੱਪਰ। ਉਹਨਾਂ ਨੇ ਕਿਹਾ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਕਿਹਾ ਹੈ, ਮੈਂ ਉੱਥੇ ਹੀ ਮੜੋ ਨਾ, ਕਿ ਲਾਇਸੈਂਸੀ ਹਥਿਆਰ ਰੱਖਣੇ, ਕਹਿੰਦੇ ਇਹ ਅਪੀਲ ਨਹੀਂ, ਇਹ ਹੁਕਮ ਹੈ। ਹੁਣ ਸਾਨੂੰ ਇਹ ਸਮਝਾਓ ਕਿ ਸਿੱਖ ਧਰਮ ਵਿੱਚ ਹੁਕਮ ਜਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਲਿਆ ਜਾਂਦਾ ਹੈ, ਜਾਂ ਫਿਰ ਪੰਜ ਪਿਆਰੇ ਹੁਕਮ ਦਿੰਦੇ ਨੇ, ਬਲਕਿ ਇੱਕ ਆਮ ਇਨਸਾਨ ਉਸ ਦਾ ਹੁਕਮ ਮੰਨਣਾ ਕਿੰਨਾ ਕੁ ਜਾਇਜ਼ ਹੈ, ਉਸ ਦੇ ਬਿਆਨ ਨੂੰ ਹੁਕਮ ਕਹਿਣਾ ਕਿੰਨਾ ਕੁ ਜਾਇਜ਼ ਹੈ? ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ ਇਸ ਨੂੰ? ਜਦੋਂ ਆਪਾਂ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਾਂ, ਜੀ ਉਸ ਸਮੇਂ ਗ੍ਰੰਥੀ ਸਿੰਘ ਇੱਕ ਬਚਨ ਕਹਿੰਦਾ ਹੈ ਕਿ ਇਹ ਗੁਰੂ ਦਾ ਹੁਕਮ ਹੈ। ਜੀ ਗੁਰੂ ਦਾ ਹੁਕਮ ਹੈ। ਠੀਕ ਹੈ ਜੀ। ਜੀ ਉਹ ਆਪਣੇ ਪੱਲਿਓਂ ਨਹੀਂ ਕਹਿ ਰਿਹਾ ਹੁੰਦਾ, ਉਹ ਸਿਰਫ ਗੁਰੂ ਦੀ ਗੱਲ ਨੂੰ ਹੀ ਅੱਗੇ ਕਹਿ ਰਿਹਾ ਹੁੰਦਾ। ਜੀ ਆਪਾਂ ਆਰੰਭ ਦੇ ਵਿੱਚ ਵੀ ਗੱਲ ਜੀ ਕੀਤੀ ਕਿ ਹਥਿਆਰ ਰੱਖਣ ਦਾ ਹੁਕਮ ਦਿੱਤਾ ਸੀ ਛੇਵੇਂ ਪਾਤਸ਼ਾਹ ਜੀ ਨੇ। ਜੀ ਛੇਵੇਂ ਪਾਤਸ਼ਾਹ ਦਾ ਹੀ ਹੁਕਮ ਹੈ, ਕਿਸੇ ਬੰਦੇ ਦਾ ਹੁਕਮ ਨਹੀਂ ਹੈ। ਜੀ ਇਹ ਸਿੱਖ ਨੂੰ ਹੁਕਮ ਹੈ, ਨਾ ਕਿ ਕਿਸੇ ਖਾਸ ਨੂੰ। ਜੀ ਜੋ ਸਿੱਖ ਹੈ, ਜੋ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਹੈ, ਹੁਣ ਸਿੱਖ ਤਾਂ ਹੀ ਬਣੇਗਾ ਨਾ ਜੇ ਗੁਰੂ ਦਾ ਹੁਕਮ ਮੰਨੇਗਾ। ਜੀ ਇਹ ਤਾਂ ਗੱਲ ਬੜੀ ਸਾਫ਼ ਹੈ। ਜਿਵੇਂ ਅਸੀਂ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਲੈਂਦੇ ਹਾਂ, ਉਹ ਗੁਰੂ ਦਾ ਹੁਕਮ ਹੈ। ਜੀ ਇਹ ਛੇਵੇਂ ਪਾਤਸ਼ਾਹ ਦਾ ਹੁਕਮ ਹੈ, ਇਹਨੂੰ ਅਸੀਂ ਹੁਕਮ ਹੀ ਕਵਾਂਗੇ, ਇਹਨੂੰ ਅਸੀਂ ਜੀ ਕੀ ਕਵਾਂਗੇ। ਤੁਸੀਂ ਇੱਕ ਪ੍ਰਚਾਰਕ ਫਿਲਮ ਵਿੱਚ ਵਿਚਰ ਗਏ ਹੋ ਕਿ ਅੱਜ ਦੇ ਪ੍ਰਚਾਰਕ ਜਦੋਂ ਜਾਂਦੇ ਨੇ ਉਹ ਸੌਦਾ ਤੈਅ ਕਰਕੇ ਜਾਂਦੇ ਨੇ ਕਿ ਇੰਨਾ ਰੁਪਈਆ ਦਿਓ ਸਾਨੂੰ ਤੇ ਅਸੀਂ ਇੰਨੇ ਰੁਪਈਏ ਦੇ ਵਿੱਚ ਆਵਾਂਗੇ। 10,000 20,000 ਰੁਪਈਆ ਉਹ ਤੈਅ ਕਰ ਲੈਂਦੇ ਨੇ। ਬਲਕਿ ਜੇ ਕੋਈ ਗਰੀਬ ਲਾਵੇ ਤਾਂ ਉਹਨਾਂ ਦੇ ਘਰੇ ਜਾਣ ਤੋਂ ਮਨਾਹੀ ਆ, ਕਿਉਂਕਿ ਉਹਨਾਂ ਨੂੰ ਇਹ ਪਤਾ ਗਰੀਬ ਕੋਲੇ ਹੈ ਨਹੀਂ, ਉਹਨੇ 2,000 ਜਾਂ 3,000 ਰੁਪਈਆ ਦੇ ਦੇਣਾ। ਇਸ ਬਾਰੇ ਕੀ ਕਹੋਗੇ? ਦੇਖੋ, ਇਸ ਬਾਰੇ ਮੈਂ ਹੀ ਕਹਾਂਗਾ, ਜੀ ਜਿਨ੍ਹਾਂ ਦੇ ਬਾਰੇ ਤੁਸੀਂ ਕਹਿ ਰਹੇ ਹੋ ਢੇਰੀਆਂ ਇਕੱਠੀਆਂ ਕਰਦੇ ਨੇ, ਜੀ ਉਹ ਸਾਰੀ ਕੌਮ ਦੇ ਵਿੱਚ 10 ਜਣੇ ਨੇ, 20 ਲਾ ਲਓ, ਜੀ 30 ਲਾ ਲਓ। ਜੀ ਇਸ ਤੋਂ ਜ਼ਿਆਦਾ ਆਪਾਂ ਨਹੀਂ ਕਹਿ ਸਕਦੇ ਕਿ ਜੀ ਢੇਰੀਆਂ ਇਕੱਠੀਆਂ ਕਰਦੇ ਨੇ। ਜੀ ਠੀਕ ਹੈ ਜੀ। ਬਾਕੀ ਬਹੁਤ ਵੱਡੇ ਪੱਧਰ ਤੇ, ਬਹੁਤ ਵੱਡੀ ਸੰਖਿਆ ਦੇ ਵਿੱਚ ਸਾਡੇ ਐਸੇ ਪ੍ਰਚਾਰਕ ਨੇ ਜਿਹੜੇ ਹਰ ਇੱਕ ਪਿੰਡ ਤੱਕ ਪਹੁੰਚਦੇ ਨੇ। ਜੀ ਪਰ ਗੱਲ ਇਹ ਵੇਖੀ ਜਾਂਦੀ ਹੈ ਕਿ ਕਿਹੜਾ ਨਗਰ ਕਥਾ ਸੁਣਨ ਦੇ ਲਈ ਚਾਹਵਾਨ ਹੁੰਦਾ ਹੈ। ਜੀ ਕਿਉਂਕਿ ਅੱਜ ਉਹ ਸਮਾਂ ਚੱਲਦਾ ਨਾ, ਜੀ ਅਸੀਂ ਵੀ ਚਲੋ ਇਸ ਫੀਲਡ 'ਚ ਵਿਚਰਦੇ ਆ, ਗੱਲ ਸਿੱਖੀ ਹੈ ਜੀ ਕਿ ਕਈ ਵਾਰ ਜਾ ਕੇ ਕਈ ਨਗਰ ਵਾਲਿਆਂ ਨੂੰ ਕਹੀਦਾ ਜੀ ਵੀ ਭਾਈ ਆਪਾਂ ਇੱਥੇ ਸਮਾਗਮ ਕਰੀਏ, ਜੀ ਉਹ ਕਹਿੰਦੇ ਨਹੀਂ ਜੀ ਸੰਗਤ ਆਉਂਦੀ ਨਹੀਂ, ਛੱਡੋ ਪਰਾਂ। ਜੀ ਦੋਵੇਂ ਪੱਖ ਹੀ ਹੁੰਦੇ ਨੇ। ਜੀ ਜੇਕਰ ਜਿਹੜਾ ਚਾਹਵਾਨ ਹੈ ਨਾ, ਜੀ ਕਿਉਂਕਿ ਇਹਦੇ 'ਚ ਇੱਕ ਭੇਟਾ ਦੀ ਗੱਲ ਆਉਂਦੀ ਹੈ, ਨਾ ਕਿ ਸੌਦੇ ਦੀ ਗੱਲ ਆਉਂਦੀ ਹੈ। ਜੀ ਠੀਕ ਹੈ। ਭੇਟਾ ਦਾ ਮਤਲਬ ਹੁੰਦਾ ਜਿੰਨਾ ਕੋਈ ਖੁਸ਼ੀ ਨਾਲ ਦੇਵੇ, ਭਾਵੇਂ ਜੀ 5 ਰੁਪਏ ਦੇਵੇ ਤੇ ਭਾਵੇਂ ਜੀ 50,000 ਦੇਵੇ। ਜੀ ਭੇਟਾ ਦਾ ਕੋਈ ਮੁੱਲ ਨਹੀਂਗਾ। ਜੀ ਬਾਕੀ ਢੇਰੀਆਂ ਇਕੱਠੀਆਂ ਕਰਨ ਵਾਲੇ ਤਾਂ 20-50 ਹੀ ਨੇ, ਠੀਕ ਹੈ ਜੀ। ਵੱਧ ਤੋਂ ਵੱਧ। ਹੁਣ ਤੁਸੀਂ ਪ੍ਰਚਾਰ ਪ੍ਰਸਾਰ ਕਰਦੇ ਹੋ ਤਾਂ ਨਸ਼ੇ ਦੇ ਵਿੱਚ ਜਵਾਨੀ ਗੜਕੜੀ ਜਾ ਰਹੀ ਹੈ, ਭਗਤ ਕਪੂਨਾ ਪੂਰੀ ਤਰ੍ਹਾਂ ਕੌਮ ਵਿੱਚ ਛਾਇਆ ਹੋਇਆ ਹੈ। ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਕਿੰਨੇ ਕੁ ਨੌਜਵਾਨ ਉੱਠੇ ਹੁੰਦੇ ਨੇ, ਬਲਕਿ ਅਸੀਂ ਵੇਖਦੇ ਕਿ ਬਜ਼ੁਰਗ ਜ਼ਿਆਦਾ ਹੁੰਦੇ ਨੇ ਤੇ ਨੌਜਵਾਨ ਬੜੇ ਥੋੜ੍ਹੇ ਹੁੰਦੇ ਨੇ। ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ? ਕਮੀ ਪ੍ਰਚਾਰਕਾਂ ਵਿੱਚ ਆ, ਪ੍ਰਬੰਧਕਾਂ ਵਿੱਚ ਆ, ਕਿਸ ਵਿੱਚ ਆ ਜਾਂ ਮਾਪਿਆਂ ਵਿੱਚ ਆ? ਜੇ ਆਪਾਂ ਪ੍ਰਚਾਰ ਦੀ ਗੱਲ ਕਰੀਏ ਨਸ਼ਿਆਂ ਦੇ ਸੰਬੰਧ 'ਚ, ਜੀ
ਚਲੋ ਇੱਕ ਵਾਰੀ ਗੁਰਮਤਿ ਦੇ ਪ੍ਰਚਾਰਕਾਂ ਨੂੰ ਇੱਕ ਪਾਸੇ ਕੱਢ ਦਿਓ। ਜੀ ਪ੍ਰਚਾਰ ਦਾ ਮਤਲਬ ਹੁੰਦਾ ਹੈ ਵੀ ਇਹ ਦੱਸਣਾ ਸਹੀ ਕੀ ਹੈ ਤੇ ਗਲਤ ਕੀ ਹੈ। ਜੀ ਤੁਸੀਂ ਬਾਜ਼ਾਰ ਦੇ ਵਿੱਚ ਵੇਖੋ, ਤੰਬਾਕੂ ਦੀ ਪੁੜੀ ਦੇ ਉੱਤੇ 80% ਪ੍ਰਚਾਰ ਹੁੰਦਾ ਹੈ। ਜੀ ਉਸ 80% ਪੇਜ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਇਹਦੇ ਨਾਲ ਕੈਂਸਰ ਹੁੰਦਾ ਹੈ। ਜੀ ਸ਼ਰਾਬ ਦੀ ਬੋਤਲ ਲੈਣ ਜਾਓ, ਜੀ ਉਹਦੇ ਉੱਤੇ ਤੁਸੀਂ ਵੇਖੋਗੇ ਜ਼ਿਆਦਾ ਰੈਪਰ ਦੇ ਉੱਤੇ ਲਿਖਿਆ ਹੋਇਆ ਹੈ ਕਿ ਇਹਦੇ ਨਾਲ ਕੈਂਸਰ ਹੁੰਦਾ ਹੈ, ਬਿਮਾਰੀਆਂ ਹੁੰਦੀਆਂ ਨੇ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।